ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ। ਨਵੀਂ ਦਿੱਲੀ ਦੀ ਉਡਾਣ ਭਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਜੇ ਉਹ ਇਸ ਹਫ਼ਤੇ ਦੇ ਅੰਤ 'ਚ G20 ਨੇਤਾਵਾਂ ਦੇ ਸੰਮੇਲਨ ਦੌਰਾਨ ਮੋਦੀ ਨੂੰ ਮਿਲਣਗੇ ਤਾਂ ਉਹ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਉਠਾਉਣਗੇ। ਕਿਊਬੈਕ ਸਿਟੀ 'ਚ ਕੰਜ਼ਰਵੇਟਿਵ ਪਾਰਟੀ ਦੀ 3 ਦਿਨਾ ਪਾਲਿਸੀ ਕਨਵੈਨਸ਼ਨ ਸ਼ੁਰੂ। ਕਨਵੈਨਸ਼ਨ ਰਾਹੀਂ ਵੋਟਰਾਂ ਨੂੰ ਲੁਭਾਉਣ ਦਾ ਜ਼ਰੀਆ ਪੋਲੀਏਵਰ, ਕਿਫਾਇਤੀਪਨ, ਮਹਿੰਗਾਈ ਅਤੇ ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ਤੇ ਕਰ ਰਹੇ ਨੇ ਫੋਕਸ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਆਖਿਆ ਮਹਿੰਗਾਈ ਜ਼ਿਆਦਾ ਰਹਿਣ ਕਾਰਨ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ 'ਚ ਕਰਨਾ ਪੈ ਸਕਦਾ ਹੈ ਹੋਰ ਵਾਧਾ। ਗ੍ਰੇਟਰ ਟੋਰਾਂਟੋ ਏਰੀਆ 'ਚ ਗੱਡੀਆਂ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪੀਲ ਰੀਜਨਲ ਪੁਲਿਸ ਵੱਲੋਂ ਪਰਦਾਫਾਸ਼। ਗਰੋਹ ਦੇ 6 ਵਿਅਕਤੀ ਗ੍ਰਿਫਤਾਰ। ਪੁਲਿਸ ਨੂੰ 2 ਹੋਰਨਾਂ ਸ਼ੱਕੀਆਂ ਦੀ ਅਜੇ ਭਾਲ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਲਈ ਉਡਾਣ ਭਰਨ ਤੋਂ ਕੁਝ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਅਜੇ ਤੱਕ ਤੈਅ ਨਹੀਂ ਹੈ, ਪਰ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਜੇ ਉਹ ਇਸ ਹਫ਼ਤੇ ਦੇ ਅੰਤ 'ਚ G20 ਨੇਤਾਵਾਂ ਦੇ ਸੰਮੇਲਨ ਲਈ ਭਾਰਤ ਦੌਰੇ ਦੌਰਾਨ ਮੋਦੀ ਨੂੰ ਮਿਲਣਗੇ ਤਾਂ ਉਹ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਉਠਾਉਣਗੇ। ਸ਼ੁੱਕਰਵਾਰ ਨੂੰ ਸਿੰਗਾਪੁਰ 'ਚ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਟਰੂਡੋ ਕੋਲੋਂ ਇਹ ਪੁੱਛਿਆ ਗਿਆ ਕਿ ਉਹ ਕੈਨੇਡਾ 'ਚ ਵੱਡੀ ਗਿਣਤੀ 'ਚ ਰਹਿੰਦੀ ਸਿੱਖ ਆਬਾਦੀ ਦੇ ਸਬੰਧ 'ਚ ਵਿਦੇਸ਼ੀ ਦਖਲਅੰਦਾਜ਼ੀ 'ਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀ ਕਹਿਣਗੇ ਤਾਂ ਟਰੂਡੋ ਨੇ ਜਵਾਬ ਦਿੱਤਾ, ਹਮੇਸ਼ਾ ਵਾਂਗ ਅਸੀਂ ਇਸ ਗੱਲ ਤੇ ਜ਼ੋਰ ਦੇਵਾਂਗੇ ਕਿ ਕਾਨੂੰਨ ਦਾ ਰਾਜ ਕਿੰਨਾ ਮਹੱਤਵਪੂਰਨ ਹੈ। ਟਰੂਡੋ, ਜਿਸ ਦੀ ਲਿਬਰਲ ਸਰਕਾਰ ਨੇ ਵੀਰਵਾਰ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਨਤਕ ਜਾਂਚ ਦਾ ਐਲਾਨ ਕੀਤਾ, ਨੇ ਅੱਗੇ ਕਿਹਾ ਕਿ ਚੀਨ ਇਕੱਲਾ ਅਜਿਹਾ ਦੇਸ਼ ਨਹੀਂ ਜੋ ਜਾਂਚ ਦਾ ਹੱਕਦਾਰ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਅਸੀਂ ਕੈਨੇਡੀਅਨਾਂ ਨੂੰ ਕਿਸੇ ਵੀ ਅਤੇ ਹਰ ਕਿਸਮ ਦੇ ਦਖਲ ਤੋਂ ਬਚਾਉਣ ਲਈ ਜਾਰੀ ਰੱਖੀਏ। ਉਹਨਾਂ ਕਿਹਾ ਕਿ ਇਸ ਜਾਂਚ 'ਚ ਅਸੀਂ ਜਿਨ੍ਹਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਉਹਨਾਂ ਵਿੱਚੋਂ ਇੱਕ ਇਹ ਪਹਿਚਾਨਣਾ ਹੈ ਕਿ ਚੀਨ, ਰੂਸ ਦਖਲਅੰਦਾਜ਼ੀ ਲਈ ਜ਼ਿੰਮੇਵਾਰ ਹਨ, ਪਰ ਹੋਰ ਦੇਸ਼ ਵੀ ਇਸ 'ਚ ਸ਼ਾਮਿਲ ਨੇ। ਉਹਨਾਂ ਅੱਗੇ ਕਿਹਾ ਕਮਿਸ਼ਨ ਉੱਥੇ ਜਾਵੇਗਾ ਜਿੱਥੋਂ ਤੱਕ ਤੱਥ ਸਾਹਮਣੇ ਆਉਣਗੇ। ਟਰੂਡੋ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਇਸ ਸਾਲ ਦੇ ਸ਼ੁਰੂ 'ਚ ਕਿਹਾ ਸੀ ਕਿ ਭਾਰਤ ਇੱਕ ਜਮਹੂਰੀ ਦੇਸ਼ ਹੈ ਜਿਸ ਨੂੰ ਲਿਬਰਲਾਂ ਨੇ ਆਪਣੀ ਇੰਡੋ ਪੈਸੀਫਿਕ ਰਣਨੀਤੀ 'ਚ ਨਜ਼ਦੀਕੀ ਸਬੰਧ ਸਥਾਪਿਤ ਕਰਨ ਲਈ ਤਰਜੀਹ ਵਜੋਂ ਉਜਾਗਰ ਕੀਤਾ ਹੈ, ਜਿਹੜਾ ਕਿ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ 'ਚੋਂ ਇੱਕ ਹੈ। ਨਵੀਂ ਦਿੱਲੀ ਨੇ ਪਹਿਲਾਂ ਦਲੀਲ ਦਿੱਤੀ ਹੈ ਕਿ ਕੈਨੇਡਾ ਦੇ ਤੱਤ ਭਾਰਤ ਦੇ ਘਰੇਲੂ ਮਾਮਲਿਆਂ 'ਚ ਦਖਲਅੰਦਾਜ਼ੀ ਦੇ ਪਿੱਛੇ ਹਨ, ਜਿਸ 'ਚ ਖਾਲਿਸਤਾਨੀ ਵੱਖਵਾਦੀ ਲਹਿਰ ਵੀ ਸ਼ਾਮਲ ਹੈ। ਭਾਰਤ ਸਰਕਾਰ ਇਸ ਨੂੰ ਇੱਕ ਕੱਟੜਪੰਥੀ ਅੰਦੋਲਨ ਵਜੋਂ ਮੰਨਦੀ ਹੈ ਜੋ ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ ਪਾਉਂਦੀ ਹੈ ਤੇ ਲੰਬੇ ਸਮੇਂ ਤੋਂ ਕੈਨੇਡਾ ਤੇ ਕੱਟੜਪੰਥੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਉਂਦੀ ਰਹੀ ਹੈ। ਓਟਾਵਾ ਨੇ ਕਿਹਾ ਹੈ ਕਿ ਬੋਲਣ ਦੀ ਆਜ਼ਾਦੀ ਦਾ ਮਤਲਬ ਹੈ ਕਿ ਸਮੂਹ ਉਦੋਂ ਤੱਕ ਰਾਜਨੀਤਿਕ ਰਾਏ ਦੇ ਸਕਦੇ ਨੇ ਜਦੋਂ ਤੱਕ ਉਹ ਹਿੰਸਕ ਨਹੀਂ ਹੁੰਦੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੁੰਗ ਨਾਲ ਮੁਲਾਕਾਤ ਕੀਤੀ ਤਾਂ ਜੋ ਇੱਕ ਦੁਵੱਲੀ ਫੇਰੀ ਦੌਰਾਨ ਦੋਵਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਿਆ ਜਾ ਸਕੇ। ਆਪਣੀ ਮੀਟਿੰਗ ਦੌਰਾਨ ਨੇਤਾਵਾਂ ਨੇ ਸਿੰਗਾਪੁਰ 'ਚ ਸਥਾਪਿਤ ਕੀਤੇ ਜਾਣ ਵਾਲੇ ਕੈਨੇਡੀਅਨ ਵਪਾਰ ਗੇਟਵੇ ਸਮੇਤ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਲਈ ਸਹਿਮਤੀ ਪ੍ਰਗਟਾਈ। ਉਹਨਾਂ ਨੇ ਸੁਰੱਖਿਆ, ਜਲਵਾਯੂ ਪਰਿਵਰਤਨ ਅਤੇ ਸਪਲਾਈ ਚੇਨ ਲਚਕੀਲੇਪਨ ਸਮੇਤ ਗਲੋਬਲ ਚੁਣੌਤੀਆਂ ਨੂੰ ਦਬਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਲਈ ਵੀ ਵਚਨਬੱਧ ਕੀਤਾ। ਪ੍ਰਧਾਨ ਮੰਤਰੀ ਇਸ ਦੁਵੱਲੇ ਦੌਰੇ ਨੂੰ ਗਤੀਸ਼ੀਲ ਆਰਥਿਕ ਭਾਈਵਾਲੀ ਬਣਾਉਣ, ਨਿਵੇਸ਼ ਨੂੰ ਆਕਰਸ਼ਿਤ ਕਰਨ ਤੇ ਦੋਵਾਂ ਦੇਸ਼ਾਂ ਲਈ ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਦੇਸ਼ ਦੇ ਕੁਝ ਪ੍ਰਮੁੱਖ ਵਪਾਰਕ ਨੇਤਾਵਾਂ ਨਾਲ ਮਿਲਣ ਦੇ ਮੌਕੇ ਵਜੋਂ ਉਹਨਾਂ ਨੇ ਇਸ ਨੂੰ ਲਿਆ। ਉਸਨੇ ਕੈਨੇਡਾ ਨੂੰ ਸਿੰਗਾਪੁਰ ਤੋਂ ਨਿਵੇਸ਼ ਲਈ ਇੱਕ ਆਕਰਸ਼ਕ ਭਰੋਸੇਮੰਦ ਮੰਜ਼ਿਲ ਵਜੋਂ ਅੱਗੇ ਵਧਾਇਆ। ਦੋਵਾਂ ਨੇਤਾਵਾਂ ਨੇ ਸੂਚਨਾ ਦੇ ਇੱਕ ਆਮ ਸੁਰੱਖਿਆ ਸਮਝੌਤੇ ਤੇ ਗੱਲਬਾਤ ਸ਼ੁਰੂ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਜੋ ਡੂੰਘੇ ਰੱਖਿਆ ਸਹਿਯੋਗ ਦੀ ਸਹੂਲਤ ਦੇਵੇਗਾ ਤੇ ਕੈਨੇਡੀਅਨ ਉਦਯੋਗਾਂ ਨੂੰ ਸਿੰਗਾਪੁਰ ਨਾਲ ਵਰਗੀਕ੍ਰਿਤ ਰੱਖਿਆ ਸਮਝੌਤਿਆਂ ਅਤੇ ਪ੍ਰੋਗਰਾਮਾਂ 'ਚ ਹਿੱਸਾ ਲੈਣ 'ਚ ਮਦਦ ਕਰੇਗਾ। ਵੀਰਵਾਰ ਤੋਂ ਕਿਊਬੈਕ ਸਿਟੀ 'ਚ ਕੰਜ਼ਰਵੇਟਿਵ ਪਾਰਟੀ ਦੀ 3 ਦਿਨਾ ਪਾਲਿਸੀ ਕਨਵੈਨਸ਼ਨ ਸ਼ੁਰੂ ਹੋ ਗਈ ਹੈ, ਜਿਹੜੀ ਕਿ ਉਹਨਾਂ ਵੋਟਰਾਂ ਨੂੰ ਲੁਭਾਉਣ ਲਈ ਇੱਕ ਖਾਸ ਮੌਕਾ ਹੈ ਜਿਹੜੇ ਕਿ ਸੱਤਾਧਾਰੀ ਲਿਬਰਲਾਂ ਤੋਂ ਥੱਕੇ ਹੋਣ ਦਾ ਸੰਕੇਤ ਦੇ ਰਹੇ ਨੇ। ਜ਼ਿਕਰਯੋਗ ਹੈ ਕਿ ਪਾਲਿਸੀ ਕਨਵੈਨਸ਼ਨ ਦੌਰਾਨ ਪਾਰਟੀ ਵੱਲੋਂ ਮੁੱਖ ਨੀਤੀਆਂ ਦਾ ਖਾਕਾ ਅਤੇ ਚੁਣਾਵੀ ਨੁਕਤਿਆਂ ਦਾ ਏਜੰਡਾ ਤਿਆਰ ਕੀਤਾ ਜਾਂਦਾ ਹੈ। ਕਨਵੈਨਸ਼ਨ ਨਾ ਸਿਰਫ ਪਾਰਟੀ ਦੇ ਮੈਂਬਰਾਂ ਲਈ ਇਕੱਠੇ ਹੋ ਕੇ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਦੇ ਵਿਚਾਰ ਕਰਨ ਦਾ ਇੱਕ ਮੌਕਾ ਹੁੰਦੀ ਹੈ, ਸਗੋਂ ਉਹ ਵੋਟਰਾਂ ਨੂੰ ਲੁਭਾਉਣ ਦਾ ਵੀ ਇੱਕ ਜ਼ਰੀਆ ਹੁੰਦੀ ਹੈ। ਹਾਲੀਆ ਓਪੀਨੀਅਨ ਪੋਲਸ ਦਰਸਾਉਂਦੇ ਨੇ ਕਿ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਦੀ ਲੋਕਾਂ 'ਚ ਪਸੰਦਗੀ ਵਧੀ ਹੈ
ਤੇ ਜੇ ਹਾਲ ਹੀ 'ਚ ਚੋਣਾਂ ਕਰਵਾਈਆਂ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਬਹੁਮਤ ਦੀ ਸਰਕਾਰ ਬਣਾ ਸਕਦੀ ਹੈ। ਪੋਲੀਏਵਰ ਕਿਫਾਇਤੀਪਨ, ਮਹਿੰਗਾਈ ਅਤੇ ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ਤੇ ਖਾਸਾ ਫੋਕਸ ਕਰ ਰਹੇ ਨੇ, ਪਰ ਕੁਝ ਪਾਰਟੀ ਮੈਂਬਰਾਂ ਦੇ ਮਨਾਂ 'ਚ ਹੋਰ ਵੀ ਮੁੱਦੇ ਨੇ। ਕਨਵੈਨਸ਼ਨ 'ਚ ਵਿਚਾਰੇ ਜਾਣ ਵਾਲੇ ਪਾਲਿਸੀ ਪ੍ਰਸਤਾਵਾਂ ਦੀ ਸੂਚੀ 'ਚ ਮਹਿੰਗਾਈ ਨਾਲ ਨਜਿੱਠਣਾ, ਮਾਰਗੇਜ ਸ਼ਰਤਾਂ 'ਚ ਕੁਝ ਬਦਲਾਅ ਅਤੇ ਬਜ਼ੁਰਗਾਂ ਲਈ RRSP 'ਚੋਂ ਪੈਸੇ ਕਢਾਉਣ ਦੇ ਨਿਯਮਾਂ 'ਚ ਤਬਦੀਲੀ ਦਾ ਤਾਂ ਜ਼ਿਕਰ ਹੈ, ਪਰ ਕੁਝ ਹੋਰ ਪਹਿਲੂ ਵੀ ਕਨਵੈਨਸ਼ਨ 'ਚ ਵਿਚਾਰੇ ਜਾਣ ਲਈ ਪ੍ਰਸਤੁਤ ਕੀਤੇ ਗਏ ਨੇ। ਇਹਨਾਂ 'ਚ ਟਰਾਂਸਜੈਂਡਰ ਸੰਬੰਧੀ ਨੀਤੀਆਂ, ਇੱਛਾ ਮੌਤ ਸੀਮਤ ਕਰਨਾ, ਜ਼ਬਰਦਸਤੀ ਦੀ ਡਰਾਈਵਰਸਿਟੀ ਸਿਖਲਾਈ ਖਤਮ ਕਰਨਾ, ਲਾਜ਼ਮੀ ਵੈਕਸੀਨ ਨੂੰ ਖਤਮ ਕਰਨਾ ਅਤੇ ਐਮਰਜੈਂਸੀ ਐਕਟ ਨੂੰ ਖਤਮ ਕਰਨ ਵਰਗੇ ਮੁੱਦੇ ਸ਼ਾਮਲ ਨੇ। ਕਨਵੈਨਸ਼ਨ 'ਚ ਵਿਚਾਰੀਆਂ ਜਾਣ ਲਈ ਇਹਨਾਂ ਨੀਤੀਆਂ ਨੂੰ ਪਾਰਟੀ ਦੇ ਜ਼ਮੀਨੀ ਪੱਧਰ ਤੇ ਕੰਮ ਕਰਦੀਆਂ ਇਕਾਈਆਂ EADS ਵੱਲੋਂ ਮਨਜ਼ੂਰ ਕੀਤਾ ਗਿਆ ਸੀ। ਸ਼ਨੀਵਾਰ ਨੂੰ ਨਵੀਆਂ ਨੀਤੀਆਂ ਤੇ ਅੰਤਿਮ VOTING ਤੋਂ ਪਹਿਲਾਂ ਹੋਰ ਬਹਿਸ ਵੀ ਹੋਵੇਗੀ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਵੀਰਵਾਰ ਨੂੰ ਆਖਿਆ ਕਿ ਲੰਮੇ ਸਮੇਂ ਤੋਂ ਮਹਿੰਗਾਈ ਜ਼ਿਆਦਾ ਰਹਿਣ ਕਾਰਨ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ 'ਚ ਹੋਰ ਵਾਧਾ ਕਰਨਾ ਪੈ ਸਕਦਾ ਹੈ। ਸੈਂਟਰਲ ਬੈਂਕ ਵੱਲੋਂ ਆਪਣੀਆਂ ਵਿਆਜ ਦਰਾਂ ਸਥਿਰ ਰੱਖਣ ਦੇ ਕੀਤੇ ਐਲਾਨ ਤੋਂ ਇੱਕ ਦਿਨ ਬਾਅਦ ਕੈਲਗਰੀ ਦੇ ਚੈਂਬਰ ਆਫ ਕਾਮਰਸ 'ਚ ਭਾਸ਼ਣ ਦਿੰਦਿਆਂ ਮੈਕਲਮ ਨੇ ਇਹ ਗੱਲ ਕਹੀ। ਸਟੈਟਿਸਟਿਕਸ ਕੈਨੇਡਾ ਵੱਲੋਂ ਪਿਛਲੇ ਹਫ਼ਤੇ ਇਹ ਰਿਪੋਰਟ ਕੀਤੀ ਗਈ ਸੀ ਕਿ ਦੂਜੀ ਛਿਮਾਹੀ 'ਚ ਅਰਥਚਾਰਾ ਸੁੰਗੜਿਆ ਹੈ, ਜਦਕਿ ਬੇਰੁਜ਼ਗਾਰੀ ਦਰ ਪਿਛਲੇ 3 ਮਹੀਨਿਆਂ ਤੋਂ ਵੱਧ ਹੀ ਰਹੀ ਹੈ। ਮੈਕਲਮ ਨੇ ਵੀਰਵਾਰ ਨੂੰ ਆਖਿਆ ਕਿ ਸੈਂਟਰਲ ਬੈਂਕ ਦੀ ਗਵਰਨਿੰਗ ਕੌਂਸਲ ਨੇ ਵੀ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਹੈ ਕਿ ਵਿਆਜ ਦਰਾਂ ਵਿੱਚ ਹੋਰ ਵਾਧਾ ਕੀਤਾ ਜਾਣਾ ਚਾਹੀਦਾ ਹੈ। ਜੁਲਾਈ 'ਚ ਕੈਨੇਡਾ 'ਚ ਮਹਿੰਗਾਈ ਦਰ 3.3% ਸੀ, ਪਰ ਬੈਂਕ ਆਫ ਕੈਨੇਡਾ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਮਹਿੰਗਾਈ 'ਚ ਵਾਧਾ ਹੋਵੇਗਾ ਤੇ ਫਿਰ ਇਸ 'ਚ ਗਿਰਾਵਟ ਆਵੇਗੀ। ਮੈਕਲਮ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਹੇਠਾਂ ਆਉਣ ਦਾ ਸਿਲਸਿਲਾ ਧੀਮੇ ਰਹਿਣ ਦਾ ਮਤਲਬ ਹੈ ਕਿ ਜਾਂ ਤਾਂ ਵਿਆਜ ਦਰ ਵਾਧਿਆਂ ਨੂੰ ਪ੍ਰਭਾਵੀ ਹੋਣ ਲਈ ਹੋਰ ਸਮੇਂ ਦੀ ਜ਼ਰੂਰਤ ਹੈ ਤੇ ਜਾਂ ਫਿਰ ਵਿਆਜ ਦਰਾਂ ਅਜੇ ਓਨੀਆਂ ਨਹੀਂ ਵਧੀਆਂ। ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੇਬਲਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕਿਊਬਿਕ ਕੋਰਟ ਆਫ ਅਪੀਲ ਦੀ ਜੱਜ ਜਸਟਿਸ ਮੈਰੀ ਯੋਜ਼ੀ ਹੌਗ ਕੈਨੇਡੀਅਨ ਚੋਣਾਂ 'ਚ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਜਨਤਕ ਜਾਂਚ ਦੀ ਅਗਵਾਈ ਕਰਨਗੇ। ਜਸਟਿਸ ਹੌਗ ਆਪਣੀ ਪਹਿਲੀ ਰਿਪੋਰਟ 29 ਫਰਵਰੀ ਨੂੰ ਪੇਸ਼ ਕਰਨਗੇ। ਇਸ ਜਾਂਚ ਦੌਰਾਨ ਚੀਨ ਅਤੇ ਰੂਸ ਸਣੇ ਹੋਰ ਦੇਸ਼ਾਂ ਵੱਲੋਂ ਕਥਿਤ ਦਖਲਅੰਦਾਜ਼ੀ ਦੇ ਪੱਖ ਨੂੰ ਵੀ ਘੋਖਿਆ ਜਾਵੇਗਾ। ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਨੂੰ ਚੀਨ ਵੱਲੋਂ ਫੈਡਰਲ ਚੋਣਾਂ 'ਚ ਕੀਤੀ ਕਥਿਤ ਦਖਲਅੰਦਾਜ਼ੀ ਦੀ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਸੀ, ਪਰ ਜੂਨ ਵਿੱਚ ਜੌਨਸਟਨ ਨੇ ਇਹ ਕਹਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕਿ ਉਹਨਾਂ ਦੀ ਨਿਯੁਕਤੀ ਦੁਆਲੇ ਕਾਫੀ ਸਿਆਸੀ ਵਿਵਾਦ ਛਿੜ ਚੁੱਕਾ ਸੀ। ਕੁਝ ਮੀਡੀਆ ਰਿਪੋਰਟਾਂ 'ਚ 2019 ਤੇ 2021 ਦੀਆਂ ਚੋਣਾਂ ਦੌਰਾਨ ਚੀਨ ਵੱਲੋਂ ਕੀਤੀ ਕਥਿਤ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਦਾ ਖੁਲਾਸਾ ਹੋਇਆ ਸੀ, ਜਿਸ ਦੀ ਜਾਂਚ ਲਈ ਜੌਨਸਟਨ ਨੂੰ ਵਿਸ਼ੇਸ਼ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਅਸਤੀਫੇ ਤੋਂ ਪਹਿਲਾਂ ਆਪਣੀ ਰਿਪੋਰਟ 'ਚ ਜੌਨਸਟਨ ਨੇ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਜਨਤਕ ਜਾਂਚ ਦੇ ਪੱਖ 'ਚ ਨਹੀਂ ਹਨ। ਹਾਲਾਂਕਿ ਸਾਰੀ ਪਾਰਟੀਆਂ ਇਸ ਨੁਕਤੇ ਤੇ ਸਹਿਮਤ ਸਨ ਕਿ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਨੇ 2019 ਤੇ 2021 ਦੇ ਚੋਣ ਨਤੀਜੇ ਪ੍ਰਭਾਵਿਤ ਨਹੀਂ ਕੀਤੇ ਸਨ, ਪਰ ਜੌਨਸਟਨ ਦੀ ਜਾਂਚ ਦੇ ਮੱਦੇਨਜ਼ਰ ਵਿਰੋਧੀ MPs ਨੇ ਦਲੀਲ ਦਿੱਤੀ ਸੀ ਕਿ ਚੋਣ ਪ੍ਰਣਾਲੀ 'ਚ ਕੈਨੇਡੀਅਨਜ਼ ਦਾ ਭਰੋਸਾ ਕਾਇਮ ਰੱਖਣ ਲਈ ਵਿਦੇਸ਼ੀ ਦਖਲ ਦੀ ਜਨਤਕ ਜਾਂਚ ਹੀ ਇੱਕੋ ਇੱਕ ਤਰੀਕਾ ਹੈ। ਮੁੱਖ ਫੈਡਰਲ ਪਾਰਟੀਆਂ ਦੇ ਹਾਊਸ ਲੀਡਰਾਂ ਨੇ ਜਨਤਕ ਜਾਂਚ ਲਈ ਸ਼ਰਤਾਂ ਅਤੇ ਸਮਾਂ ਸੀਮਾ ਨਿਰਧਾਰਤ ਕਰਨ ਲਈ ਇਸ ਗਰਮੀਆਂ ਦੌਰਾਨ ਮੁਲਾਕਾਤ ਕੀਤੀ ਸੀ। ਪਿਛਲੇ ਮਹੀਨੇ ਲੇਬਲਾ ਨੇ ਕਿਹਾ ਸੀ ਕਿ ਸਰਕਾਰ ਜਨਤਕ ਜਾਂਚ ਦੀ ਅਗਵਾਈ ਕਰਨ ਬਾਰੇ ਮੌਜੂਦਾ ਜੱਜਾਂ ਨਾਲ ਗੱਲ ਕਰ ਰਹੀ ਹੈ। ਉਹਨਾਂ ਦੱਸਿਆ ਸੀ ਕਿ ਉਹਨਾਂ ਨੇ ਇਸ ਮੁੱਦੇ ਤੇ ਅੱਗੇ ਵਧਣ ਬਾਰੇ ਸਲਾਹ ਲਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਿਚਰਡ ਵਾਗਨਰ ਨਾਲ ਵੀ ਸੰਪਰਕ ਕੀਤਾ ਸੀ। ਹੌਗ ਨੇ 1986 'ਚ ਸ਼ੈਰਬਰੁਕ ਯੂਨੀਵਰਸਿਟੀ ਤੋਂ ਸਿਵਲ ਲਾਜ਼ 'ਚ ਆਪਣੀ ਬੈਚਲਰ ਪ੍ਰਾਪਤ ਕੀਤੀ ਸੀ ਤੇ ਉਸ ਤੋਂ ਅਗਲੇ ਸਾਲ ਉਹ ਕਿਊਬੈਕ ਦੇ ਬਾਰ 'ਚ ਦਾਖਲ ਹੋ ਗਈ ਸੀ। ਜਸਟਿਸ ਹੌਗ ਕਿਊਬੈਕ ਦੀਆਂ ਸਿਵਲ ਅਦਾਲਤਾਂ, ਕੈਨੇਡਾ ਦੀ ਸੁਪਰੀਮ ਕੋਰਟ ਅਤੇ ਘਰੇਲੂ ਤੇ ਅੰਤਰਰਾਸ਼ਟਰੀ ਟ੍ਰਿਬਿਊਨਲਾਂ ਦੇ ਸਾਰੇ ਪੱਧਰਾਂ ਤੇ ਸਨਮੁਖ ਹੋ ਚੁੱਕੇ ਨੇ। ਉਹਨਾਂ ਨੂੰ 19 ਜੂਨ 2015 ਨੂੰ ਕਿਊਬੈਕ ਦੀ ਅਪੀਲ ਕੋਰਟ 'ਚ ਨਿਯੁਕਤ ਕੀਤਾ ਗਿਆ ਸੀ। ਯੈਲੋ ਨਾਈਫ ਦੇ 20,000 ਨਿਵਾਸੀਆਂ ਲਈ ਜੰਗਲੀ ਅੱਗ ਦੇ ਕਾਰਨ ਜਾਰੀ ਕੀਤੇ ਗਏ ਨਿਕਾਸੀ ਦੇ ਹੁਕਮਾਂ ਨੂੰ ਹਟਾਏ ਜਾਣ ਤੋਂ ਬਾਅਦ ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਹਜ਼ਾਰਾਂ ਲੋਕ ਇਸ ਹਫ਼ਤੇ ਘਰ ਪਰਤ ਆਏ ਨੇ। ਪ੍ਰੀਮੀਅਰ ਕੈਰੋਲਿਨ ਕੋਚਰੇਨ ਨੇ ਵੀਰਵਾਰ ਦੇਰ ਰਾਤ ਮੀਡੀਆ ਬਰੀਫਿੰਗ 'ਚ ਕਿਹਾ ਕਿ ਇਹ ਜਸ਼ਨ ਮਨਾਉਣ ਵਾਲੀ ਗੱਲ ਹੈ, ਪਰ ਸਾਨੂੰ ਯਾਦ ਰੱਖਣਾ ਪਵੇਗਾ ਕਿ ਅਜੇ ਵੀ ਹਜ਼ਾਰਾਂ ਵਸਨੀਕ ਹਨ ਜੋ ਅਜੇ ਵੀ ਆਪਣੇ ਘਰਾਂ ਤੋਂ ਬਾਹਰ ਹਨ। ਉਹਨਾਂ ਅੱਗੇ ਕਿਹਾ ਕਿ ਖੇਤਰਾਂ ਦੀ ਸਰਕਾਰ ਇਹਨਾਂ ਅੱਗਾਂ ਨਾਲ ਲੜਨ
ਆਪਣੇ ਭਾਈਚਾਰਿਆਂ ਦੀ ਰੱਖਿਆ ਕਰਨ, ਤੁਹਾਨੂੰ ਘਰ ਪਹੁੰਚਾਉਣ ਤੇ ਤੁਹਾਨੂੰ ਰੋਜ਼ਾਨਾ ਜ਼ਿੰਦਗੀ 'ਚ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਆਪਣੇ ਭਾਈਵਾਲਾਂ ਨਾਲ ਸਖਤ ਮਿਹਨਤ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ 630 ਜ਼ਰੂਰੀ ਕਰਮਚਾਰੀਆਂ ਸਮੇਤ ਲਗਭਗ 1000 ਲੋਕਾਂ ਨੂੰ ਬੁੱਧਵਾਰ ਦੇ ਅੰਤ ਤੱਕ ਯੈਲੋ ਨਾਈਫ ਵਾਪਸ ਭੇਜਿਆ ਗਿਆ ਸੀ ਤੇ ਵਾਪਸੀ ਦੀਆਂ ਉਡਾਣਾਂ ਵੀਰਵਾਰ ਨੂੰ ਜਾਰੀ ਰਹੀਆਂ। ਇਸ ਮੌਕੇ ਐਮਰਜੈਂਸੀ ਪ੍ਰਬੰਧਨ ਸੰਗਠਨ ਦੇ ਡਿਪਟੀ ਘਟਨਾ ਕਮਾਂਡਰ ਜੈਮੀ ਫੁਲਫੋਰਡ ਨੇ ਕਿਹਾ ਹੈ ਕਿ ਅਸੀਂ ਤਰੱਕੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਹ ਉਡਾਣਾਂ ਐਤਵਾਰ ਤੱਕ ਚੱਲਣਗੀਆਂ। ਇਸ ਮੌਕੇ ਬੋਲਦਿਆਂ ਅਰਨੇਸਟ ਬੈਟਸੀਨਾ, ਜਿਸ ਨੇ ਇਸ ਹਫ਼ਤੇ ਦੇ ਸ਼ੁਰੂ 'ਚ ਡੈਟਾਹ ਦੇ ਮੁਖੀ ਵਜੋਂ ਸਹੁੰ ਚੁੱਕੀ ਸੀ, ਨੇ ਕਿਹਾ ਕਿ ਲੋਕ ਹੌਲੀ-ਹੌਲੀ ਵਾਪਸ ਆਉਣੇ ਸ਼ੁਰੂ ਹੋ ਗਏ ਨੇ। ਬੈਟਸੀਨਾ ਨੇ ਕਿਹਾ ਕਿ ਅੱਗ ਅਜੇ ਵੀ ਭੜਕ ਰਹੀ ਹੈ, ਇਸ ਲਈ ਨਿਵਾਸੀਆਂ ਨੂੰ ਚੌਕਸ ਰਹਿਣ ਦੀ ਲੋੜ ਹੋਵੇਗੀ। ਹੇ ਰਿਵਰ ਤੇ ਫੋਰਟ ਸਮਿਥ ਦੇ ਹਜ਼ਾਰਾਂ ਲੋਕ ਅਜੇ ਵੀ ਨੇ ਜਿਨ੍ਹਾਂ ਨੂੰ ਯੈਲੋ ਨਾਈਫ ਤੋਂ ਕੁਝ ਦਿਨ ਪਹਿਲਾਂ ਬਾਹਰ ਜਾਣ ਦਾ ਆਦੇਸ਼ ਦਿੱਤਾ ਗਿਆ ਸੀ, ਜੋ ਜੰਗਲ ਦੀ ਅੱਗ ਕਾਰਨ ਵਾਪਸ ਨਹੀਂ ਜਾ ਸਕੇ। ਅੱਗ ਬੁਝਾਊ ਅਧਿਕਾਰੀਆਂ ਨੇ ਕਿਹਾ ਕਿ ਹੇ ਨਦੀ ਲਈ ਅਜੇ ਵੀ ਉੱਚ ਪੱਧਰ ਦਾ ਖਤਰਾ ਹੈ, ਜਿੱਥੇ ਅੱਗ ਬਹੁਤ ਸਾਰੇ ਆਬਾਦੀ ਵਾਲੇ ਖੇਤਰਾਂ ਤੱਕ ਪਹੁੰਚ ਗਈ ਹੈ ਤੇ ਹਸਪਤਾਲ ਤੋਂ ਲਗਭਗ 500 ਮੀਟਰ ਦੀ ਦੂਰੀ ਤੇ ਹੈ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਨੇ ਪ੍ਰਾਂਤ ਦੇ ਉੱਤਰ 'ਚ ਇਹਨਾਂ ਗਰਮੀਆਂ ਦੀ ਸ਼ੁਰੂਆਤ 'ਚ ਕਈ ਜੰਗਲਾਂ 'ਚ ਅੱਗ ਲੱਗਣ ਦੇ ਸਿਲਸਿਲੇ 'ਚ ਅੱਗ ਲਗਾਉਣ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 37 ਸਾਲਾ ਉਕਤ ਵਿਅਕਤੀ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਰੋਬਰਵਾਲ ਦੀ ਇੱਕ ਅਦਾਲਤ 'ਚ ਅਗਜ਼ਨੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪੇਸ਼ ਕੀਤਾ ਗਿਆ। ਕਿਊਬਿਕ ਦੇ ਚਿਬੂਗਾਮਾਓ ਦੇ ਰਹਿਣ ਵਾਲੇ ਉਕਤ ਵਿਅਕਤੀ ਨੂੰ ਸੂਬਾਈ ਪੁਲਿਸ ਦੀ ਮੁੱਖ ਅਪਰਾਧ ਯੂਨਿਟ ਦੇ ਮੈਂਬਰਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਚਿਬੂਗਾਮਾਓ ਦੇ ਮੇਅਰ ਮੈਨਨ ਸਾਇਰ ਨੇ ਦੱਸਿਆ ਕਿ ਸ਼ੱਕੀ ਨੇ ਕਥਿਤ ਤੌਰ ਤੇ ਛੋਟੀਆਂ ਅੱਗਾਂ ਦੀ ਇੱਕ ਲੜੀ ਸ਼ੁਰੂ ਕੀਤੀ ਸੀ, ਜਿਸ ਤੇ ਫਾਇਰ ਫਾਈਟਰਾਂ ਨੇ ਜਲਦੀ ਹੀ ਕਾਬੂ ਪਾ ਲਿਆ। ਦੱਸਣਯੋਗ ਹੈ ਕਿ ਕਿਊਬਿਕ 'ਚ ਇਸ ਸਾਲ ਜੰਗਲ ਦੀ ਅੱਗ ਦਾ ਇੱਕ ਬੇਮਿਸਾਲ ਸੀਜ਼ਨ ਰਿਹਾ, ਜਿਸ 'ਚ ਲਗਭਗ 15000 ਵਰਗ ਕਿਲੋਮੀਟਰ ਖੇਤਰ ਸੜ ਕੇ ਸੁਆਹ ਹੋ ਗਿਆ ਸੀ। ਚਿਬੋਗਮਾਊ ਦੇ 7500 ਵਸਨੀਕਾਂ ਨੂੰ ਅੱਗ ਅਤੇ ਹਵਾ ਦੀ ਮਾੜੀ ਸਥਿਤੀ ਕਾਰਨ ਅਸਥਾਈ ਤੌਰ ਤੇ ਆਪਣੇ ਘਰਾਂ ਤੋਂ ਜਾਣ ਲਈ ਮਜਬੂਰ ਹੋਣਾ ਪਿਆ ਸੀ। ਗ੍ਰੇਟਰ ਟੋਰਾਂਟੋ ਏਰੀਆ 'ਚ ਗੱਡੀਆਂ ਦੀ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪੀਲ ਰੀਜਨਲ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਇਸ ਗਰੋਹ ਦੇ 6 ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਦੇ ਉੱਤੇ 40 ਚਾਰਜਸ ਲਾਏ ਗਏ ਨੇ। ਅਜੇ ਪੁਲਿਸ ਨੂੰ 2 ਹੋਰਨਾਂ ਸ਼ੱਕੀਆਂ ਦੀ ਭਾਲ ਹੈ। ਵੀਰਵਾਰ ਨੂੰ ਪੁਲਿਸ ਨੇ ਆਖਿਆ ਕਿ ਪ੍ਰੋਜੈਕਟ ਵਿਨੀ ਸਤੰਬਰ 2022 'ਚ ਸ਼ੁਰੂ ਕੀਤਾ ਗਿਆ ਸੀ। ਪੀਲ ਰੀਜਨ ਅਤੇ GTA 'ਚ ਗੱਡੀਆਂ ਦੀਆਂ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਮੱਦੇਨਜ਼ਰ 1 ਸਾਲ ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ। ਜਾਂਚਕਾਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਚੋਰੀ ਕੀਤੀਆਂ ਗਈਆਂ ਕਈ ਗੱਡੀਆਂ ਨੂੰ ਸੋਧਣ ਤੋਂ ਬਾਅਦ ਉਹਨਾਂ ਨੂੰ ਜਾਲੀ ਤੌਰ ਤੇ ਮੁਹਰ ਰਜਿਸਟਰ ਕਰਵਾਇਆ ਗਿਆ ਤੇ ਗੈਰ ਕਾਨੂੰਨੀ ਤੌਰ ਤੇ ਇਹ ਗੱਡੀਆਂ ਲੋਕਾਂ ਨੂੰ ਵੇਚੀਆਂ ਗਈਆਂ। ਗੱਡੀਆਂ ਦੇ ਵਿਨ ਨੰਬਰ ਵੀ ਬਦਲ ਦਿੱਤੇ ਗਏ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਉੱਤੇ 42 ਚਾਰਜਸ ਲਾਏ ਗਏ ਨੇ ਤੇ ਉਹਨਾਂ ਕੋਲੋਂ $1.95 ਮਿਲੀਅਨ ਮੁੱਲ ਦੀਆਂ 22 ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ। ਇਹਨਾਂ ਗੱਡੀਆਂ ਵਿੱਚ 13 ਲੈਂਡ ਰੋਵਰਸ, 2 ਪੋਰਸ਼, 5 ਡੋਜ਼ ਰੈਮਸ, ਇੱਕ ਹੋਂਡਾ CRV ਅਤੇ ਇੱਕ ਕੈਡੀਲੈਕ SRX ਸ਼ਾਮਲ ਨੇ। ਡਿਪਟੀ ਚੀਫ ਮਾਰਕ ਐਂਡਰਿਊਜ਼ ਨੇ ਆਖਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਪੀਲ ਤੇ ਯਾਰਕ ਰੀਜਨ 'ਚ ਕੀਤੀਆਂ ਗਈਆਂ ਚੋਰੀਆਂ ਨੂੰ ਵੀ ਇਸ ਗਰੁੱਪ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੋਵੇਗਾ। I'm Deputy Chief Mark Andrews with Peel Regional Police. I'm here to share the results of a significant auto theft investigation dubbed Project Vinny, which disrupted the operations of an organized auto theft ring across the GTA over the last year. Project Vinny is a 21-division, locally led investigation that started with the theft of a Range Rover in August 2022 in Brampton by an organized crime group. Investigators were able to link other similar types of vehicle thefts in Peel and York region that were believed to be carried out by the same group. The project's name, Vinny, comes from the fact that the stolen vehicles were being re-VINed and fraudulently registered with Service Ontario to be sold locally. To date, we have recovered 22 vehicles valued at approximately $2 million. 6 individuals have been arrested and several charges laid. We're also looking for and have an arrest warrant for Calvin Peacock, a 39-year-old male of no fixed address.
Mr. Peacock is wanted for 2 counts of possession of property obtained by crime, theft of a motor vehicle, dangerous operation of a motor vehicle. Peacock is known to arrange test drives for high-end vehicles that are listed for resale online by members of the public. It is known that he steals the vehicles while posing as a potential buyer while examining the vehicle with the unsuspecting victim. Peacock is also wanted by other police agencies in Ontario. We're also investigating this man, who is believed to be involved in some of the vehicle thefts. If the whereabouts or any further information on either of these individuals is known, please contact 21 Division Criminal Investigation Bureau at 905-453-2121 extension 2133 or 1-800-222-TIPS to remain anonymous. We want to assure the public that we know this is a major concern and we're investing heavily to crack down on these criminals and protect our communities. Peel Police will continue to disrupt and dismantle organised auto theft crime rings and arrest those responsible. I want to thank our investigators for their tireless commitment to this investigation and our partners including Service Ontario for their assistance with Project Vini. ਸੇਂਟ ਲਾਰੈਂਸ ਮਾਰਕੀਟ ਦੇ ਨੇੜੇ ਅੰਡਰਗਰਾਉਂਡ ਪਾਰਕਿੰਗ ਗੈਰਾਜ 'ਚ ਗੋਲੀਆਂ ਚਲਾ ਕੇ ਇੱਕ ਬੱਚੇ ਤੇ 2 ਬਾਲਗਾਂ ਨੂੰ ਜ਼ਖਮੀ ਕਰਨ ਵਾਲੇ ਸ਼ੱਕੀਆਂ ਦੀ ਪੁਲਿਸ ਭਾਲ ਕਰ ਰਹੀ ਹੈ। ਇਸ ਸ਼ੂਟਿੰਗ ਬਾਰੇ ਪੁਲਿਸ ਲੋਕਾਂ ਤੋਂ ਵੀ ਜਾਣਕਾਰੀ ਹਾਸਲ ਕਰ ਰਹੀ ਹੈ। 12 ਅਗਸਤ ਨੂੰ ਪੁਲਿਸ ਨੂੰ ਸ਼ਾਮੀ 6 ਵਜੇ ਦੇ ਨੇੜੇ-ਤੇੜੇ ਦਾ ਐਸਪਲਾਨੇਡ ਤੇ ਪ੍ਰਿੰਸੈਸ ਸਟਰੀਟ ਏਰੀਆ ਵਿੱਚ ਸ਼ੂਟਿੰਗ ਦੀਆਂ ਰਿਪੋਰਟਾਂ ਮਿਲੀਆਂ। ਮੌਕੇ ਉੱਤੇ ਪੁਲਿਸ ਨੂੰ 3 ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖਮੀ ਹਾਲਤ 'ਚ ਮਿਲੇ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਅੰਡਰਗਰਾਉਂਡ ਪਾਰਕਿੰਗ ਗੈਰਾਜ 'ਚ ਗੱਡੀ ਲੈ ਕੇ ਗਏ ਤੇ ਉਹਨਾਂ ਕਈ ਵਾਰ ਗੋਲੀਆਂ ਚਲਾਈਆਂ। ਇਹ ਗੋਲੀਆਂ ਦੂਜੀ ਕਾਰ 'ਚ ਮੌਜੂਦ 2 ਬਾਲਗਾਂ ਤੇ ਇੱਕ ਬੱਚੇ ਨੂੰ ਲੱਗੀਆਂ। ਉਸ ਸਮੇਂ ਪੁਲਿਸ ਨੇ ਦੱਸਿਆ ਕਿ 2 ਪੁਰਸ਼ਾਂ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 50 ਸਾਲ ਸੀ ਤੇ ਦੂਜੇ ਦੀ 80 ਸਾਲ ਸੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਪਰ ਪੁਲਿਸ ਨੇ ਬਾਅਦ ਵਿੱਚ ਆਖਿਆ ਕਿ ਦੋਵਾਂ ਦੀ ਹਾਲਤ ਸਥਿਰ ਹੈ। ਇੱਕ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵੀ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਵੀਰਵਾਰ ਨੂੰ ਜਾਰੀ ਕੀਤੀ ਗਈ ਅਪਡੇਟ 'ਚ ਪੁਲਿਸ ਨੇ ਆਖਿਆ ਕਿ ਸ਼ੱਕੀ ਗ੍ਰੇ ਰੰਗ ਦੀ 2019 ਮਾਡਲ ਦੀ ਹੋਂਡਾ ਸਿਵਿਕ 'ਚ ਫਰਾਰ ਹੋਏ। ਇਸ ਗੱਡੀ ਦੇ 11 ਜੁਲਾਈ ਨੂੰ ਬਰੈਂਪਟਨ ਤੋਂ ਚੋਰੀ ਹੋਣ ਦੀ ਖਬਰ ਲਿਖਵਾਈ ਗਈ ਸੀ। ਗੱਡੀ 1 ਮਹੀਨੇ ਬਾਅਦ 14 ਅਗਸਤ ਨੂੰ ਬਰਾਮਦ ਹੋਈ। ਇਹ ਸ਼ੂਟਿੰਗ ਪੂਰਾ ਸੋਚ ਸਮਝ ਕੇ ਨਿਸ਼ਾਨਾ ਬਣਾ ਕੇ ਕੀਤੀ ਗਈ, ਪਰ ਅਜੇ ਤੱਕ ਕਿਸੇ ਸ਼ੱਕੀ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਨਵੀਂ ਦਿੱਲੀ ਦੀ ਉਡਾਣ ਭਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਜੇ ਉਹ ਇਸ ਹਫ਼ਤੇ ਦੇ ਅੰਤ 'ਚ G20 ਨੇਤਾਵਾਂ ਦੇ ਸੰਮੇਲਨ ਦੌਰਾਨ ਮੋਦੀ ਨੂੰ ਮਿਲਣਗੇ ਤਾਂ ਉਹ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਉਠਾਉਣਗੇ। ਕਿਊਬੈਕ ਸਿਟੀ 'ਚ ਕੰਜ਼ਰਵੇਟਿਵ ਪਾਰਟੀ ਦੀ 3 ਦਿਨਾਂ ਪਾਲਿਸੀ ਕਨਵੈਨਸ਼ਨ ਸ਼ੁਰੂ। ਕਨਵੈਨਸ਼ਨ ਰਾਹੀਂ ਵੋਟਰਾਂ ਨੂੰ ਲੁਭਾਉਣ ਦਾ ਜ਼ਰੀਆ ਪੋਲੀਏਵਰ, ਕਿਫਾਇਤੀਪਨ, ਮਹਿੰਗਾਈ ਅਤੇ ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ਤੇ ਕਰ ਰਹੇ ਨੇ ਫੋਕਸ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਆਖਿਆ ਮਹਿੰਗਾਈ ਜ਼ਿਆਦਾ ਰਹਿਣ ਕਾਰਨ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ 'ਚ ਕਰਨਾ ਪੈ ਸਕਦਾ ਹੈ ਹੋਰ ਵਾਧਾ। ਗ੍ਰੇਟਰ ਟੋਰਾਂਟੋ ਏਰੀਆ 'ਚ ਗੱਡੀਆਂ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪੀਲ ਰੀਜਨਲ ਪੁਲਿਸ ਵੱਲੋਂ ਪਰਦਾਫਾਸ਼। ਗਰੋਹ ਦੇ 6 ਵਿਅਕਤੀ ਗ੍ਰਿਫਤਾਰ। ਪੁਲਿਸ ਨੂੰ 2 ਹੋਰਨਾਂ ਸ਼ੱਕੀਆਂ ਦੀ ਅਜੇ ਭਾਲ।